के बापू जी बिक गया, बापू जी सरकार के हक च भुगत रहा, बापू जी ना बिकेगा ना झुकेगा। ਡੀਸੀ ਬੈਠਾ ਸੀ, ਐਸਐਸਪੀ ਬੈਠਾ ਸੀ, ਐਸਐਸਪੀ ਚੰਡੀਗੜ੍ਹ ਦਾ ਬੈਠਾ ਸੀ, ਉਹਨਾਂ ਦੇ ਸਾਹਮਣੇ ਕਿਹੜਾ ਧੱਕਾ ਹੋ ਸਕਦਾ। ਡੀਜੀਪੀ ਨੇ ਖੁਦ ਪੜ੍ਹਿਆ, ਪੜ੍ਹ ਕੇ ਸਾਰਿਆਂ ਨੂੰ ਦੱਸਿਆ ਵੀ ਅਸੀਂ ਇਸ ਤੇ ਕਿਹਦੇ ਤੇ ਸਹਿਮਤੀ ਤੇ ਕਿਹਦੇ ਤੇ ਨਹੀਂ ਸਹਿਮਤੀ। ਆਪਣੀ ਜ਼ਬਾਨ ਤੋਂ ਨਾ ਸਰਕਾਰ ਨੂੰ ਕੋਈ ਸਹਿਮਤੀ ਦੇਣੀ ਹੈ ਰਸਤਾ ਖੋਲ੍ਹਣ ਦੀ, ਨਾ ਆਪਣੇ ਹੱਥ ਨਾਲ ਖੋਲ੍ਹਣਾ। ਇਹ 3 ਪੁਆਇੰਟ ਜਿਹੜੇ ਮੈਨੂੰ ਦੱਸਿਆ ਗਿਆ, ਮੈਨੂੰ ਮੇਰੇ ਤੋਂ ਮੈਂ ਉੱਥੇ ਮੌਕੇ ਤੇ ਇਹ ਕਿਹਾ ਵੀ ਇਹ ਵਕੀਲਾਂ ਦਾ ਮਸਲਾ, ਵਕੀਲ ਆਪੇ ਸਾਈਨ ਕਰਨਗੇ, ਪਰ ਮੇਰੇ ਤੋਂ ਜ਼ਬਰਦਸਤੀ ਕਰਾਏ ਗਏ ਇਹ ਪੁਆਇੰਟ ਮੇਰੇ ਧਿਆਨ 'ਚ ਬਿਲਕੁਲ ਨਹੀਂ ਲਿਆਂਦਾ ਗਿਆ। ਜਦੋਂ ਅਸੀਂ ਉੱਤੇ ਸਾਈਨ ਕਰਤੇ ਆ ਸਾਰਿਆਂ ਨੇ ਬੈਠ ਕੇ, ਫਿਰ ਅਸੀਂ ਇਸ ਗੱਲ ਤੋਂ ਕਿਵੇਂ ਮੁੱਕਰ ਸਕਦੇ ਹਾਂ ਕਿ ਇਹ ਮੈਂ ਮੇਰੇ ਨਾਲ ਧੱਕੇ ਨਾ ਕਰਾ ਲਿੱਤੇ ਆ। ਤੇ ਜੇ ਹੁਣ ਇਸ ਗੱਲ ਨੂੰ ਧੱਕਾ ਕਹੀਏ ਤੇ ਯਾਰ ਇਹ ਗੱਲ ਠੀਕ ਨਹੀਂ ਹੈਗੀ। ਬਾਪੂ ਜੀ ਜੇ ਕੋਈ ਡਿਫਰੈਂਸਿਸ ਸੀ ਨਾ ਕਿ ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਾ ਤੇ ਅਸੀਂ ਬੈਠ ਕੇ ਵਿਚਾਰ ਕਰ ਲੈਂਦੇ, ਪ੍ਰੈਸ ਕਰਨ ਦੀ ਕੀ ਲੋੜ। ਨਾ ਮੈਂ ਉਸ ਪੁਆਇੰਟ ਤੇ ਸਹਿਮਤ ਹਾਂ, ਮੈਂ ਕਲੀਅਰ ਕਰਦਾ, ਜੇ ਉਹ ਕੋਈ ਵਕੀਲਾਂ ਨੇ ਮੇਰੇ ਨਾਲ ਧੋਖਾ ਵੀ ਕਰਿਆ ਉਹਦਾ ਜਵਾਬ ਦੇ ਵਕੀਲ ਹੋਣ। ਜਿਹੜੇ ਡਿਸਕਸ ਹੋਏ ਆ, ਕੱਲਾ ਪੁਆਇੰਟ ਜਿਹੜਾ ਪੇਪਰ ਤੇ ਲਿਖਿਆ ਸੀਗਾ ਉਹ ਬਕਾਇਦਾ ਡਿਸਕਸ ਹੋਇਆ, ਸਾਰੇ ਪੁਆਇੰਟ ਡਿਸਕਸ ਹੋਣ ਤੋਂ ਬਾਅਦ ਸਾਈਨ ਹੋਏ ਆ। ਤੁਸੀਂ ਵੀ ਇਸ ਚੀਜ਼ ਨੂੰ ਦੇਖਦੇ ਹੋ ਕਿ ਕਦੀ ਵੀ ਕੋਈ ਸਮਝੌਤਾ ਜਾਂ ਐਗਰੀਮੈਂਟ ਸਾਈਨ ਹੁੰਦਾ ਉਹ ਸਾਰਿਆਂ ਦੇ ਸਾਹਮਣੇ ਪੜ੍ਹਿਆ ਜਾਂਦਾ ਹੈ। ਜੇ ਉਹ 'ਚ ਕੋਈ ਪੁਆਇੰਟ ਕਿਸੇ ਨੂੰ ਵੀ ਲੱਗਦਾ ਹੈ ਕਿ ਇਹ ਪੁਆਇੰਟ ਤੇ ਮੇਰੀ ਸਹਿਮਤੀ ਨਹੀਂ ਹੋਗੀ, ਉਹ ਉੱਥੇ ਹੀ ਹੈਂਡ ਰੇਜ਼ ਕਰਦਾ ਵੀ ਮੇਰੀ ਇਸ ਪੁਆਇੰਟ ਤੇ ਸਹਿਮਤੀ ਹੈ ਨਹੀਂਗੀ। ਜੇ ਤੁਸੀਂ ਇਹ ਕਹੋਗੇ ਕਿ ਅਸੀਂ ਸਾਈਨ ਤੁਹਾਡੇ ਨਾਲ ਧੱਕੇ ਨਾਲ ਕਰਾ ਲਏ ਆ, ਜੇ ਤੁਸੀਂ ਪਹਿਲੇ 3 ਪੁਆਇੰਟ ਪੜ੍ਹ ਲਏ ਆ, ਨਾ ਤਾਂ ਇਹ ਹੋਵੇ ਨਾ ਕਿ ਸਿਰਫ ਅਸੀਂ ਉਹਨਾਂ ਨੂੰ ਦੇ ਕੇ ਨੋਟਿਸ ਔਰ ਵਾਪਸ ਆ ਗਏ ਆ ਕਿ ਮੈਨੂੰ ਲਾਸਟਲੇ ਪੁਆਇੰਟ ਪਤਾ ਨਹੀਂ ਗੇ। ਜਦੋਂ ਪੇਪਰ ਤੁਹਾਡੇ ਸਾਹਮਣੇ ਆ, ਪੇਪਰ ਬਾਵਜੂਦ ਹੋਣ ਤੋਂ ਬਾਅਦ ਤੁਸੀਂ ਪੜ੍ਹ ਕੇ ਸਾਈਨ ਕਰੋਗੇ। ਸਾਈਨ ਕਰਨ ਤੋਂ ਬਾਅਦ ਜਦੋਂ ਪੇਪਰ ਪੜ੍ਹ ਲਿਆ, ਸਾਈਨ ਕਰ ਲਿਆ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਧੱਕੇ ਨਾਲ ਵਕੀਲਾਂ ਨੇ ਸਾਈਨ ਕਰਾ ਲਏ ਆ। ਜੇ ਤੁਹਾਡਾ ਨਹੀਂ ਹੈਗਾ ਸੀਗਾ, ਤੁਸੀਂ ਨਹੀਂ ਕਰਨੇ ਸੀ ਸਾਈਨ, ਤੁਸੀਂ ਉੱਥੇ ਹੀ ਇਤਰਾਜ਼ ਕਰ ਦਿੰਦੇ ਵੀ ਭਾਈ ਮੇਰਾ ਸਹਿਮਤੀ ਹੈ ਨਹੀਂ ਕਿ ਮੈਂ ਨਹੀਂ ਸਾਈਨ ਕਰਦਾ। ਔਰ ਇਹ ਗੱਲ ਇੱਥੋਂ ਜਾਣ ਤੋਂ ਪਹਿਲਾਂ ਹੋਈ ਆ ਕਿ ਜੇ ਤੁਹਾਡੀ ਸਹਿਮਤੀ ਨਹੀਂ ਹੋਊਗੀ ਤੇ ਆਪਾਂ ਉੱਥੋਂ ਉੱਠ ਕੇ ਆ ਜਾਾਂਗੇ। ਆਪਾਂ ਜੇ ਕੋਈ ਐਸੀ ਕੰਡੀਸ਼ਨ ਉਹ ਨਹੀਂ ਮੰਨਣਗੇ ਤੇ ਆਪਾਂ ਉੱਥੋਂ ਉੱਠ ਕੇ ਆ ਜਾਾਂਗੇ, ਆਪਣੇ ਤੇ ਕੋਈ ਧੱਕਾ ਨਹੀਂ ਹੈਗਾ। ਸੰਗਤ ਤਾਂ ਫਿਰ ਦੁਵਿਧਾ 'ਚ ਪਾਤੀ ਨਾ, ਹੁਣ ਸੰਗਤ ਕਿੱਥੇ ਜਾਵੇ? ਸਵਾਲ ਇਹੀ ਉੱਠਦਾ ਕਿ ਹੁਣ ਬਾਪੂ ਜੀ ਕਹਿੰਦੇ ਆਪਣੀ ਗੱਲ ਦੱਸ ਰਹੇ, ਤੁਸੀਂ ਆਪਣੀ ਗੱਲ ਦੱਸ ਰਹੇ ਆ। ਇਹ ਕੋਈ ਪ੍ਰਸ਼ਾਸਨ ਦੇ ਨਾਲ ਨਹੀਂ ਲੜਾਈ ਕਿ ਵੀ ਇੱਕ ਪਾਸੇ ਸਰਕਾਰ ਹੈ ਇੱਕ ਪਾਸੇ ਤੁਸੀਂ, ਤੁਹਾਡਾ ਆਪਸੀ ਕਮੇਟੀ 'ਚ ਇਸ ਤਰ੍ਹਾਂ ਪਾੜ ਪੈ ਜਾਣਾ। ਇੱਕ ਵੱਡਾ ਸਵਾਲ ਉੱਠਦਾ ਹੁਣ, ਜਿਹੜਾ ਬੰਦਾ ਬਗੈਰ ਬੜੇ ਦਸਖਤ ਕਰ ਦੂਗਾ ਉਹ ਕਿੰਨੀ ਕੁ ਸਿਆਣੀ ਗੱਲ। ਇਹਨਾਂ ਨੂੰ ਕਹਿ ਕੇ ਮੈਨੂੰ ਇਹ ਚੀਜ਼ ਬਾਰੇ ਨਹੀਂ ਦੱਸਿਆ ਗਿਆ। ਫਿਰ ਦਸਖਤ ਨਾ ਕਰਦੇ, ਇਹ ਤੇ ਬਲਫ ਹੋ ਗਿਆ। ਦੇਖੋ, ਮੇਰੇ ਖਿਲਾਫ ਇੱਕ ਪ੍ਰਚਾਰ ਕਰਨ ਵਾਸਤੇ, ਸਾਡੇ ਮੋਰਚੇ ਨੂੰ ਨੁਕਸਾਨ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਸਰਕਾਰ ਨਾਲ ਮਿਲ ਕੇ ਸਾਜ਼ਿਸ਼ਾਂ ਰਚੀ ਜਾਂਦੀ ਹੋਈ। ਬਿਲਕੁਲ ਮੈਂ ਬਿਲਕੁਲ ਨਹੀਂ ਪੜ੍ਹਿਆ, ਜੇ ਪੜ੍ਹਿਆ ਹੁੰਦਾ ਮੈਂ ਬਿਲਕੁਲ ਨਹੀਂ ਉਸ ਤੇ ਸਾਈਨ ਕਰਦਾ ਸੀ। ਕੌਮੀ ਇਨਸਾਫ ਮੋਰਚੇ ਦੇ ਮੂਹਰੇ ਲੱਗੇ ਹੋਏ ਬੈਰੀਗੇਡ ਅੱਜ ਪ੍ਰਸ਼ਾਸਨ ਵੱਲੋਂ ਖੋਲ੍ਹੇ ਜਾਣੇ ਸੀਗੇ, ਜਿਸ ਤੋਂ ਪਹਿਲਾਂ ਹੀ ਜਿਹੜਾ ਆ ਕਮੇਟੀ ਦੇ ਵਿੱਚ ਕਿਤੇ ਨਾ ਕਿਤੇ ਭਿਚਕੜਾ ਜਿਹੜਾ ਆ ਉਹ ਮਚ ਗਿਆ ਹੈ। ਇੱਕ ਪਾਸੇ ਜਿਹੜਾ ਆ ਬਾਪੂ ਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰੀ ਇਜਾਜ਼ਤ ਤੋਂ ਬਗੈਰ ਮੇਰੇ ਕੋਲੋਂ ਧੱਕੇ ਨਾਲ ਸਾਈਨ ਕਰਾ ਕੇ ਜਿਹੜਾ ਆ ਬੈਰੀਗੇਡ ਖੋਲ੍ਹੇ ਜਾ ਰਹੇ ਆ, ਪਰ ਜਿਹੜੀ ਐਡਵੋਕੇਟਸ ਦੀ ਟੀਮ ਹੈਗੀ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਆ, ਸਹਿਮਤੀ ਬਣੀ, ਉਸ ਦੇ ਬਾਅਦ ਜਿਹੜੇ ਗੇਟ ਖੋਲ੍ਹੇ ਜਾ ਰਹੇ ਨੇ। ਪਰ ਅਸਲ ਸੱਚ ਕੀ ਆ, ਸਾਰੀ ਗੱਲਬਾਤ ਜਾਣ ਲਈ ਸਾਡੇ ਨਾਲ ਧਾਲੀਵਾਲ ਸਾਹਿਬ ਮੌਜੂਦ ਨੇ, ਗੱਲਬਾਤ ਕਰਦੇ ਆ। ਭਾਜੀ ਕਾਫੀ ਸਾਰੀਆਂ ਗੱਲਾਂ ਹੋ ਲਈਆਂ ਆ, ਕਾਫੀ ਸਾਰੀਆਂ ਬਾਪੂ ਜੀ ਨੇ ਕਹਿ ਲਈਆਂ, ਕਾਫੀ ਸਾਰੀਆਂ ਤੁਸੀਂ ਕਹਿ ਲਈਆਂ। ਅਸਲ ਸੱਚ ਕੀ ਆ? ਪ੍ਰਸ਼ਾਸਨ ਨਾਲ ਜੋ ਮੀਟਿੰਗ ਹੋਈ ਸੀ ਉਹ ਕਿਹੜੀ ਗੱਲਾਂ ਉੱਤੇ ਸਹਿਮਤੀ ਬਣੀ ਸੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਪੰਜਾਬ ਦੇ ਹਾਲਾਤ ਨੇ, ਜਿਹੜੇ ਪੰਜਾਬ ਦੇ ਹਾਲਾਤ ਚੱਲੀ ਜਾਂਦੇ ਆ, ਉੱਥੇ ਅਜੇ ਵੀ ਲੋਕ ਡਰਦੇ ਨੇ। ਜਿਵੇਂ ਪਿੱਛੇ ਕੁਝ ਇਨਸੀਡੈਂਟ ਹੋਏ ਨੇ, ਜਿਵੇਂ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਵਾਲਾ ਲਈਏ, ਉਦੋਂ ਜੇਲ੍ਹਾਂ 'ਚ ਲੋਕ ਗਏ, ਹਜੇ ਤੱਕ ਲੋਕਾਂ ਦੀਆਂ ਜ਼ਮਾਨਤਾਂ ਨਹੀਂ ਹੋਈਆਂ ਜੀ। ਅਸੀਂ ਉਹ ਚੀਜ਼ਾਂ ਨੂੰ ਦੇਖਦੇ ਹੋਏ ਇਹ ਚੀਜ਼ਾਂ ਹਮੇਸ਼ਾ ਦੇਖਦੇ ਫੋਕਸ ਕਰਦੇ ਆ ਕਿ ਜਿਹੜੇ ਸਾਡੇ ਨਾਲ ਲੋਕ ਜੁੜੇ ਹੋਏ ਨੇ, ਇੱਥੇ ਬੈਠੇ ਨੇ, ਉਹ ਕਿਸੇ ਯਕੀਨ ਤੇ ਬੈਠੇ ਨੇ। ਅਸੀਂ ਉਹਨਾਂ ਨੂੰ ਜੇਲ੍ਹਾਂ 'ਚ ਭੇਜਣਾ ਨਹੀਂ ਚਾਹੁੰਦੇ। ਜਿਹੜਾ ਮੋਰਚਾ ਲੱਗਾ ਹੈ ਉਹ ਬੰਦੀ ਸਿੰਘਾਂ ਨੂੰ ਬਾਹਰ ਕਢਾਉਣ ਦਾ ਲੱਗਾ ਆ, ਔਰ ਦੂਸਰੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਤੇ ਲੱਗਾ ਹੈ। ਨਾ ਕਿ ਅਸੀਂ ਇਹ ਚਾਹੁੰਦੇ ਕਿ ਜਿਹੜੇ ਬੰਦੀ ਸਿੰਘ 2 ਬਾਹਰ ਆਏ ਨੇ ਉਹ ਵੀ ਅੰਦਰ ਚੱਲ ਜਾਣ, ਤੇ ਸਾਡੇ ਜਿਹੜੇ ਹੋਰ ਸਾਥੀ ਜਿਹੜੇ ਇੱਥੇ ਰੋਡਾਂ ਤੇ ਬੈਠੇ ਨੇ ਉਹ ਵੀ ਅੰਦਰ ਚੱਲ ਜਾਣ, ਤਾਂ ਅਸੀਂ ਉਹਨਾਂ ਦੀ ਜ਼ਮਾਨਤਾਂ ਕਰਾਉਂਦੇ ਫਿਰੀਏ। ਅਸੀਂ ਇਸੇ ਕਰਕੇ ਜਿਹੜੀ ਬਾਰ-ਬਾਰ ਜਦੋਂ ਹਾਈ ਕੋਰਟ ਦਾ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ 'ਚ ਜਿਹੜੇ ਇੰਨਾ ਸਖਤ ਜਿਹੜਾ ਰਵੱਈਆ ਸੀਗਾ, ਉਹਨਾਂ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਜੇ ਪ੍ਰਸ਼ਾਸਨ ਤੋਂ ਕੁਝ ਨਹੀਂ ਹੁੰਦਾ ਤੇ ਮੈਂ ਬਾਹਰਲੀ ਫੋਰਸ ਤੱਕ ਆਰਡਰ ਕਰ ਸਕਦਾ ਜੇ ਤੁਹਾਡੇ ਤੋਂ ਨਹੀਂ ਹੁੰਦਾ। ਸੋ ਪ੍ਰਸ਼ਾਸਨ ਨੇ ਵੀ ਇਸ ਚੀਜ਼ ਦਾ ਵਿਸ਼ਵਾਸ ਦਿਵਾਇਆ, ਅਸੀਂ ਵੀ ਦਿਵਾਇਆ ਕਿ ਬੈਠ ਕੇ ਸਮਝੌਤਾ ਕਰਕੇ ਕੋਈ ਨਾ ਕੋਈ ਰਾਹ ਕੱਢ ਕੇ ਹਾਈ ਕੋਰਟ ਨੂੰ ਦੱਸ ਦਿੱਤਾ ਜਾਊਗਾ। ਜਿਹੜਾ ਉਸ ਤੋਂ ਬਾਅਦ ਸਾਡੀਆਂ ਆਪਦੀਆਂ ਮੀਟਿੰਗਸ ਹੋਈਆਂ, ਉਸ ਤੋਂ ਬਾਅਦ ਤਾਲਮੇਲ ਦੀ ਕਮੇਟੀ ਦੀ ਮੀਟਿੰਗ ਹੋਈ, ਜਿਸ 'ਚ ਸਾਰੇ ਮੈਂਬਰਾਂ ਨੇ ਐਂਡ 'ਚ ਸਮਝੌਤਾ ਇਹ ਕੀਤਾ ਕਿ ਜੇ ਪ੍ਰਸ਼ਾਸਨ ਨੇ ਖੁਦ ਰਾਹ ਬੰਦ ਕੀਤਾ, ਪਹਿਲੀ ਗੱਲ ਉਹ ਅਸੀਂ ਰਾਹ ਬੰਦ ਨਹੀਂ ਕੀਤਾ ਹੋਇਆ ਸੀ, ਉਹ ਪ੍ਰਸ਼ਾਸਨ ਨੇ ਸਾਨੂੰ ਰੋਕਣ ਵਾਸਤੇ ਰਾਹ ਬੰਦ ਕੀਤਾ। ਜੇ ਪ੍ਰਸ਼ਾਸਨ ਖੁਦ ਖੋਲ੍ਹ ਰਿਹਾ ਤਾਂ ਸਾਨੂੰ ਇਹ 'ਚ ਇਤਰਾਜ਼ ਨਹੀਂ ਹੋਣਾ ਚਾਹੀਦਾ।
ਕਿਉਂਕਿ ਆਪਣਾ ਉਹਦੇ ਵਿੱਚ ਕੋਈ ਘਾਟਾ ਨਹੀਂ ਪੈ ਰਿਹਾ। ਇਹ 'ਚ ਵੱਡੀ ਸਭ ਤੋਂ ਵੱਡੀ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ, ਜਿਹੜਾ ਕਿਸਾਨੀ ਅੰਦੋਲਨ ਮੋਰਚਾ ਲੱਗਾ ਸੀ, 1.25 ਸਾਲ ਮੋਰਚਾ ਲੱਗਾ ਰਿਹਾ, ਲੋਕ ਉੱਥੋਂ ਲੰਘਦੇ ਰਹੇ ਨੇ। ਜਿਹੜੇ ਲੋਕ ਲੰਘੇ ਨੇ ਉਹਨਾਂ ਲਈ ਇੱਕ ਚੰਗੀ ਛਵੀ ਲੋਕਾਂ ਦੀ ਜਿਹੜੀ ਕਿਸਾਨਾਂ ਦੀ ਗਈ ਹੈ ਕਿ ਲੋਕ ਉੱਥੇ ਧਰਨੇ ਲਾ ਕੇ ਬੈਠੇ ਆ, ਉਹਨਾਂ ਦੇ ਦੁੱਖ ਹੈਗੇ ਜਿਹੜੇ ਸਰਕਾਰ ਨਹੀਂ ਸੁਣ ਰਹੀ। ਉਹ ਕਿਤੇ ਨਾ ਕਿਤੇ ਜਾ ਕੇ ਘਰਾਂ 'ਚ ਗੱਲ ਕਰਦੇ ਸੀ, ਜੇ 100 ਚੋਂ ਕੋਈ 10 ਜਾਣੇ ਤਾਂ ਉੱਥੇ ਪਹੁੰਚਦੇ ਸੀ। ਇਸੇ ਕਰਕੇ ਜੇ ਇੱਥੋਂ ਲੋਕ ਲੰਘਣਗੇ ਉਹਨਾਂ ਨੂੰ ਪਤਾ ਤਾਂ ਲੱਗੂਗਾ। ਇੱਥੋਂ ਤੋਂ ਹੀ ਸੱਚ ਮੰਨਿਓ ਕਿ ਚੰਡੀਗੜ੍ਹ ਦੇ ਅੱਧੇ, ਪੰਜਾਬ ਤਾਂ ਛੱਡੋ, ਚੰਡੀਗੜ੍ਹ ਤੇ ਮੁਹਾਲੀ ਦੇ ਲੋਕਾਂ ਨੂੰ ਤੱਕ ਨਹੀਂ ਪਤਾ ਕਿ ਇੱਥੇ ਮੋਰਚਾ ਲੱਗਾ ਹੋਇਆ ਜੀ। ਸੋ ਇਸ ਕਰਕੇ ਅਸੀਂ ਜਿਹੜੇ ਲੋਕ ਫਲੋ ਚਾਹੁੰਦੇ ਆ, ਅਸੀਂ ਉਹਨਾਂ ਨੂੰ ਇਹ ਜ਼ਰੂਰ ਹੈ ਬੈਰੀਗੇਡ ਹੋਊਗੀ ਇੱਥੇ 24/2 ਕਿ ਟ੍ਰੈਫਿਕ ਜਿਹੜਾ ਉਹ ਸਲੋ ਚੱਲੇ। ਉਸ ਕਰਕੇ ਇਹ ਜਿਹੜਾ ਤਾਲਮੇਲ ਕਮੇਟੀ 'ਚ ਸਾਰਾ ਗੱਲਬਾਤ ਹੋਣ ਤੋਂ ਬਾਅਦ ਸਮਝੌਤਾ ਹੋਇਆ ਕਿ ਇੱਕ ਸਾਈਡ ਖੋਲ੍ਹ ਦਿੱਤੀ ਜਾਊਗੀ ਔਰ ਉੱਥੋਂ ਟ੍ਰੈਫਿਕ ਦੀ ਹੌਲੀ ਲੰਘਣਾ ਸ਼ੁਰੂ ਹੋਊਗਾ। ਉਸ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਆ, ਕੱਲ ਮੀਟਿੰਗ ਹੋਈ ਆ ਇੱਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਨਾਲ ਔਰ ਪੰਜਾਬ ਨਾਲ। ਇਹ ਜਿਹੜੀ ਮੀਟਿੰਗ ਹੋਈ ਆ ਇਹਦੇ 'ਚ ਇਹ ਸਮਝੌਤੇ ਦੇ ਸਾਈਨ ਹੋਏ ਆ ਕਿ ਜਿਹੜੇ ਪਹਿਲਾ ਪੁਆਇੰਟ ਆ ਕਿ ਜਿੰਨੇ ਵੀ ਧਰਮ ਦੇ ਗ੍ਰੰਥ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ, ਜਲਦ ਤੋਂ ਜਲਦ। ਪ੍ਰੀਮੈਚੁਰ ਰਿਲੀਜ਼ ਹੋਣੀਆਂ ਚਾਹੀਦੀਆਂ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਤੇ ਭਾਈ ਪਿਓਰਾ ਜੀ, ਇਹਨਾਂ ਦੇ ਖਿਲਾਫ ਇਹਨਾਂ ਦੀ ਜਲਦੀ ਰਿਲੀਜ਼ ਹੋਣੀ ਚਾਹੀਦੀ ਹੈ। ਜਿਹੜੇ ਜਗਤਾਰ ਸਿੰਘ ਹਵਾਰਾ ਜੀ ਨੇ ਜਹੇਦਾਰ ਸਾਹਿਬ ਤੇ ਜਗਤਾਰ ਸਿੰਘ ਤਾਰਾ ਜੀ ਨੇ, ਉਹਨਾਂ ਦੇ ਜਿਹੜੇ ਕੇਸ ਪੈਂਡਿੰਗ ਨੇ ਉਹ ਖਤਮ ਹੋਣੇ ਚਾਹੀਦੇ ਜਲਦੀ। ਉਸ ਤੋਂ ਬਾਅਦ ਜਿਹੜਾ ਦਵਿੰਦਰਪਾਲ ਭੁੱਲਰ ਨੇ, ਉਸ ਜਿਹੜੇ ਗੁਰਦੀਪ ਸਿੰਘ ਖਹਿੜਾ ਨੇ, ਉਹਨਾਂ ਦੇ ਕੇਸ ਖਤਮ ਹੋ ਕੇ ਉਹਨਾਂ ਨੂੰ ਬਾਹਰ ਕਢਾਉਣਾ ਚਾਹੀਦਾ। ਉਹਨਾਂ ਨੇ ਇਹਨਾਂ ਤੇ ਸਹਿਮਤੀ ਜਤਾਈ, ਉਹ ਕਹਿੰਦੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦਿਖ ਜੂਗਾ ਜੀ। ਪੰਜਵਾਂ ਪੁਆਇੰਟ ਜਿੱਤੇ ਸਮਝੌਤਾ, ਜਿੱਤੇ ਰੌਲਾ ਪਾਇਆ ਕਿ ਇਹ ਅਸੀਂ ਜੇ ਜਨੇ ਵਕੀਲਾਂ ਨੇ ਕੁਝ ਬਹੁਤ ਮਿਲ ਜੁਲ ਕੇ ਕੰਮ ਕਰਤਾ, ਉਹ ਸਿਰਫ ਇੰਨਾ ਹੈ ਕਿ ਸਿਰਫ ਜਿਹੜਾ ਟ੍ਰੈਫਿਕ ਆ ਉਹ ਫਲੋ ਨਹੀਂ ਰੋਕਿਆ ਜਾਊਗਾ, ਉਹ ਸਹਿਮਤੀ ਨਾਲ ਟ੍ਰੈਫਿਕ ਲੰਘਿਆ ਕਰੂਗਾ ਇੱਥੋਂ, ਤੁਸੀਂ ਸਾਡੇ ਨਾਲ ਖੜੋਗੇ। ਸਿਰਫ ਇਸ ਗੱਲ ਤੇ ਸਮਝੌਤਾ ਹੈ। ਉਸ ਤੇ ਸਭ ਤੋਂ ਪਹਿਲਾਂ ਜਿਹੜੇ ਪ੍ਰਸ਼ਾਸਨ ਆਇਆ ਸੀਗਾ ਉਹਨਾਂ ਨੇ ਸਾਈਨ ਕੀਤੇ ਆ। ਸਾਈਨ ਕਰਨ ਤੋਂ ਬਾਅਦ ਐਡਵੋਕੇਟ ਅਮਰ ਸਿੰਘ ਚਹਿਲ ਜੀ ਨੇ ਸਾਈਨ ਕੀਤੇ ਆ। ਉਸ ਤੋਂ ਬਾਅਦ ਬਾਪੂ ਜੀ ਨੇ ਖੁਦ ਸਾਈਨ ਕੀਤੇ ਆ ਪੜ੍ਹਨ ਤੋਂ ਬਾਵਜੂਦ ਇਹ ਵੀ ਹੈ ਕਿ ਜਿਹੜੇ ਡਿਸਕਸ ਹੋਏ ਆ, ਕੱਲਾ ਪੁਆਇੰਟ ਜਿਹੜਾ ਪੇਪਰ ਤੇ ਲਿਖਿਆ ਸੀਗਾ ਉਹ ਬਕਾਇਦਾ ਡਿਸਕਸ ਹੋਇਆ, ਸਾਰੇ ਪੁਆਇੰਟ ਡਿਸਕਸ ਹੋਣ ਤੋਂ ਬਾਅਦ ਸਾਈਨ ਹੋਏ ਆ। ਤੁਸੀਂ ਵੀ ਇਸ ਚੀਜ਼ ਨੂੰ ਦੇਖਦੇ ਹੋ ਕਿ ਕਦੀ ਵੀ ਕੋਈ ਸਮਝੌਤਾ ਜਾਂ ਐਗਰੀਮੈਂਟ ਸਾਈਨ ਹੁੰਦਾ ਉਹ ਸਾਰਿਆਂ ਦੇ ਸਾਹਮਣੇ ਪੜ੍ਹਿਆ ਜਾਂਦਾ। ਜੇ ਉਹ 'ਚ ਕੋਈ ਪੁਆਇੰਟ ਕਿਸੇ ਨੂੰ ਵੀ ਲੱਗਦਾ ਹੈ ਕਿ ਇਹ ਪੁਆਇੰਟ ਤੇ ਮੇਰੀ ਸਹਿਮਤੀ ਨਹੀਂ ਹੋਗੀ, ਉਹ ਉੱਥੇ ਹੀ ਹੈਂਡ ਰੇਜ਼ ਕਰਦਾ ਵੀ ਮੇਰੀ ਇਸ ਪੁਆਇੰਟ ਤੇ ਸਹਿਮਤੀ ਹੈ ਨਹੀਂਗੀ। ਜਦੋਂ ਅਸੀਂ ਉੱਤੇ ਸਾਈਨ ਕਰਤੇ ਆ ਸਾਰਿਆਂ ਨੇ ਬੈਠ ਕੇ, ਫਿਰ ਅਸੀਂ ਇਸ ਗੱਲ ਤੋਂ ਕਿਵੇਂ ਮੁੱਕਰ ਸਕਦੇ ਹਾਂ ਕਿ ਇਹ ਮੇਰੇ ਨਾਲ ਧੱਕੇ ਨਾ ਕਰਾ ਲਿੱਤੇ ਹੈ। ਭਾਜੀ ਉਹੀ ਗੱਲ ਹੈ ਕਿ ਅਜਿਹਾ ਜਿਹੜਾ ਹੈ ਕਿਉਂ ਬਾਪੂ ਜੀ ਨੂੰ ਕਹਿਣਾ ਪੈ ਗਿਆ ਕਿ ਉਹ ਮਤਲਬ ਕਿ ਪ੍ਰੈਸ ਦੇ ਵਿੱਚ ਆ ਕੇ ਉਹ ਕਹਿੰਦੇ ਨੇ ਕਿ 3 ਜਿਹੜੇ ਪੁਆਇੰਟ ਸੀ ਪਹਿਲੇ ਉਹੀ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ ਜਿਹੜੇ ਉਹੀ ਦੱਸੇ ਗਏ, ਉਹਦੇ ਬਾਅਦ ਵਿੱਚ ਬਾਕੀ ਪੁਆਇੰਟ ਮੈਨੂੰ ਦੱਸੇ ਨਹੀਂ ਗਏ ਤੇ ਧੱਕੇ ਦੇ ਨਾਲ ਜਿਹੜੇ ਆ ਸਾਈਨ ਕਰਵਾਏ ਗਏ। ਕਿ ਇੱਕ ਤਾਂ ਹੁੰਦਾ ਵੀ ਪ੍ਰਸ਼ਾਸਨ ਨੇ ਕੋਈ ਬੰਦੇ ਨੂੰ ਲੈ ਗਿਆ ਗ੍ਰਿਫਤਾਰ ਕਰਕੇ, ਉਹਦੇ ਨਾਲ ਧੱਕੇ ਨਾਲ ਕੁਝ ਵੀ ਕਰ ਲਿਆ, ਤਸ਼ੱਦਦ ਕਰ ਲਿਆ, ਸਾਈਨ ਕਰਾ ਲਿਆ, ਕੁਝ ਵੀ। ਇੱਕ ਹੁੰਦਾ ਕਿ ਆਪਣੀ ਪੂਰੀ ਕਮੇਟੀ ਬੈਠੀ ਆ ਤੇ ਕਮੇਟੀ ਫਿਰ ਧੱਕੇ ਸ਼ਾਮਲ ਹੋ ਗਈ। ਨਹੀਂ, ਦੇਖੋ ਕਿ ਇਹ ਪਹਿਲੀ ਗੱਲ ਤਾਂ ਯਕੀਨ ਵਾਲੀ ਗੱਲ ਹੈ ਨਹੀਂ ਗੀ। ਤੁਸੀਂ ਸਰਪ੍ਰਸਤ ਹੋ ਇਸ ਮੋਰਚੇ ਦੇ, ਤੁਸੀਂ ਕੋਈ ਹੁਕਮ ਕਰੋਗੇ ਸਾਡਾ ਮੰਨਣਾ ਫਰਜ਼ ਬਣਦਾ ਹੈ। ਅਸੀਂ ਤੁਹਾਨੂੰ ਰਿਪੋਰਟ ਦਿੰਦੇ ਹਾਂ, ਕੋਰਟਾਂ ਦੀ ਰਿਪੋਰਟ ਸਾਰੀ ਤੁਹਾਨੂੰ ਦੱਸਦੇ ਆਣ ਕੇ, ਜਿਹੜੀ ਗੱਲ ਆ ਉਹ ਸਾਰੀ ਤੁਹਾਨੂੰ ਪੂਰੀ ਕਲੀਅਰ ਕਰਦੇ ਹਾਂ। ਜੇ ਤੁਸੀਂ ਇਹ ਕਹੋਗੇ ਕਿ ਅਸੀਂ ਸਾਈਨ ਤੁਹਾਡੇ ਨਾਲ ਧੱਕੇ ਨਾਲ ਕਰਾ ਲਏ ਆ, ਜੇ ਤੁਸੀਂ ਪਹਿਲੇ 3 ਪੁਆਇੰਟ ਪੜ੍ਹ ਲਏ ਆ, ਨਾ ਤਾਂ ਇਹ ਹੋਵੇ ਨਾ ਕਿ ਸਿਰਫ ਅਸੀਂ ਉਹਨਾਂ ਨੂੰ ਦੇ ਕੇ ਨੋਟਿਸ ਔਰ ਵਾਪਸ ਆ ਗਏ ਆ ਕਿ ਮੈਨੂੰ ਲਾਸਟਲੇ ਪੁਆਇੰਟ ਪਤਾ ਨਹੀਂ ਗੇ। ਜਦੋਂ ਪੇਪਰ ਤੁਹਾਡੇ ਸਾਹਮਣੇ ਆ, ਪੇਪਰ ਬਾਵਜੂਦ ਹੋਣ ਤੋਂ ਬਾਅਦ ਤੁਸੀਂ ਪੜ੍ਹ ਕੇ ਸਾਈਨ ਕਰੋਗੇ। ਸਾਈਨ ਕਰਨ ਤੋਂ ਬਾਅਦ ਜਦੋਂ ਪੇਪਰ ਪੜ੍ਹ ਲਿਆ, ਸਾਈਨ ਕਰ ਲਿਆ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਧੱਕੇ ਨਾਲ ਵਕੀਲਾਂ ਨੇ ਸਾਈਨ ਕਰਾ ਲਏ ਆ। ਜੇ ਤੁਹਾਡਾ ਨਹੀਂ ਹੈਗਾ ਸੀਗਾ, ਤੁਸੀਂ ਨਹੀਂ ਕਰਨੇ ਸੀ ਸਾਈਨ, ਤੁਸੀਂ ਉੱਥੇ ਹੀ ਇਤਰਾਜ਼ ਕਰ ਦਿੰਦੇ ਵੀ ਭਾਈ ਮੇਰਾ ਸਹਿਮਤੀ ਹੈ ਨਹੀਂ ਕਿ ਮੈਂ ਨਹੀਂ ਸਾਈਨ ਕਰਦਾ। ਔਰ ਇਹ ਗੱਲ ਇੱਥੋਂ ਜਾਣ ਤੋਂ ਪਹਿਲਾਂ ਹੋਈ ਆ ਕਿ ਜੇ ਤੁਹਾਡੀ ਸਹਿਮਤੀ ਨਹੀਂ ਹੋਊਗੀ ਤਾਂ ਆਪਾਂ ਉੱਥੋਂ ਉੱਠ ਕੇ ਆ ਜਾਾਂਗੇ। ਆਪਾਂ ਜੇ ਕੋਈ ਐਸੀ ਕੰਡੀਸ਼ਨ ਉਹ ਨਹੀਂ ਮੰਨਣਗੇ ਤੇ ਆਪਾਂ ਉੱਥੋਂ ਉੱਠ ਕੇ ਆ ਜਾਾਂਗੇ, ਆਪਣੇ ਤੇ ਕੋਈ ਧੱਕਾ ਨਹੀਂ ਹੈਗਾ। ਉਸ ਤੋਂ ਬਾਵਜੂਦ ਵੀ ਜਿਹੜੇ ਸਾਈਨ ਕੀਤੇ ਗਏ ਸਾਰਿਆਂ ਦੀ ਸਹਿਮਤੀ ਨਾਲ ਹੋਏ ਆ। ਉਸ ਤੋਂ ਪਹਿਲਾਂ ਤਾਲਮੇਲ ਕਮੇਟੀ 'ਚ ਵੀ ਸਾਰਿਆਂ ਦੀ ਸਹਿਮਤੀ ਹੋਈ ਆ ਕਿ ਇੱਕ ਸਾਈਡ ਖੋਲੀ ਜਾਊਗੀ। ਇਹਦੇ 'ਚ ਹੁਣ ਇਹ ਬਾਪੂ ਜੀ ਇਦਾਂ ਕਿਉਂ ਕਹਿ ਰਹੇ ਆ, ਇਹ ਬਾਪੂ ਜੀ ਦੱਸ ਸਕਦੇ। ਪਰ ਭਾਜੀ ਗੱਲ ਕਰ ਲਈਏ ਕਿ ਫਿਰ ਉਹੀ ਗੱਲ ਹੈ ਕਿ ਜਿਸ ਤਰ੍ਹਾਂ ਕਹਿੰਦੇ ਇੱਥੇ ਮੋਰਚੇ ਵਿੱਚ ਇੰਨੀ ਸੰਗਤ ਨਹੀਂ ਇਕੱਠੀ ਹੁੰਦੀ, ਸੰਗਤ ਤਾਂ ਫਿਰ ਦੁਵਿਧਾ 'ਚ ਪਾਤੀ ਨਾ। ਹੁਣ ਸੰਗਤ ਕਿੱਥੇ ਜਾਵੇ? ਸਵਾਲ ਇਹੀ ਉੱਠਦਾ ਕਿ ਹੁਣ ਬਾਪੂ ਜੀ ਕਹਿੰਦੇ ਆਪਣੀ ਗੱਲ ਦੱਸ ਰਹੇ, ਤੁਸੀਂ ਆਪਣੀ ਗੱਲ ਦੱਸ ਰਹੇ ਆ। ਇਹ ਕੋਈ ਪ੍ਰਸ਼ਾਸਨ ਦੇ ਨਾਲ ਨਹੀਂ ਲੜਾਈ ਕਿ ਵੀ ਇੱਕ ਪਾਸੇ ਸਰਕਾਰ ਹੈ ਇੱਕ ਪਾਸੇ ਤੁਸੀਂ, ਤੁਹਾਡਾ ਆਪਸੀ ਕਮੇਟੀ 'ਚ ਇਸ ਤਰ੍ਹਾਂ ਪਾੜ ਪੈ ਜਾਣਾ। ਇੱਕ ਵੱਡਾ ਸਵਾਲ ਉੱਠਦਾ ਹੁਣ ਸੰਗਤ ਕਿਹਨੂੰ ਦੇਖੇ, ਇਹ ਮਸਲਾ ਕਿਵੇਂ ਸੋਲਵ ਹੋਊ? ਦੇਖੋ, ਜਿਹੜੀ ਸੰਗਤ ਨੂੰ ਅਸੀਂ ਹਮੇਸ਼ਾ ਇੱਕ ਚੀਜ਼ ਨੂੰ ਹਮੇਸ਼ਾ ਦਿਮਾਗ 'ਚ ਲੈ ਕੇ ਚੱਲੇ ਹਾਂ ਕਿ ਜਿਹੜੀਆਂ ਮਾਵਾਂ ਆਪਦੇ ਪੁੱਤਾਂ ਨੂੰ ਇੱਥੇ ਭੇਜਦੀਆਂ ਨੇ, ਉਹ ਇਸ ਕਰਕੇ ਨਹੀਂ ਭੇਜਦੀਆਂ ਕਿ ਉੱਥੇ ਜਾ ਕੇ ਮੇਰੇ ਪੁੱਤ ਨੂੰ ਸ਼ਹੀਦ ਹੋ ਜੇ, ਜਾਂ ਮੇਰਾ ਪੁੱਤ ਕਿਸੇ ਪੁਲਿਸ ਵਾਲੇ ਨਾਲ ਕਲੈਸ਼ 'ਚ ਹੋ ਜੇ, ਜਾਂ ਮੇਰਾ ਪੁੱਤ ਜੇਲ੍ਹਾਂ 'ਚ ਚਲ ਜੇ। ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰਾ ਪੁੱਤ ਜੇਲ੍ਹ 'ਚ ਚਲ ਜੇ।
ਜਿਹੜੇ ਜੇਲ੍ਹਾਂ 'ਚ ਗਏ ਆ ਉਹਨਾਂ ਨੂੰ ਕਢਾਉਣ ਤੇ ਸਾਨੂੰ ਪਤਾ ਕਿ ਕਿੰਨਾ ਜ਼ੋਰ ਲੱਗਦਾ ਹੈ, ਉਹਨਾਂ ਦੇ ਪਿੱਛੇ ਪੈਰਵਾਈ ਕਿਵੇਂ ਹੁੰਦੀ ਆ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਪੁੱਤ ਇੱਥੇ ਆਣ ਕੇ ਕਿਸੇ ਦੇ ਸੱਟ ਤੱਕ ਲੱਗੇ। ਔਰ ਜਥੇਦਾਰ ਸਾਹਿਬ ਨਾਲ ਜਿੰਨੀ ਵਾਰੀ ਮੁਲਾਕਾਤ ਸਾਡੀ ਹੋਈ ਹੈ, ਉਹਨਾਂ ਨੇ ਸਾਨੂੰ ਕਦੀ ਨਹੀਂ ਕਿਹਾ ਕਿ ਤੁਸੀਂ ਉੱਥੇ ਕਲੈਸ਼ 'ਚ ਜਾਣਾ ਮੇਰੇ ਕਰਕੇ। ਉਹਨਾਂ ਨੇ ਹਮੇਸ਼ਾ ਇਹ ਕਿਹਾ ਕਿ ਮੇਰੇ ਕਰਕੇ ਕਿਸੇ ਵੀ ਪੁੱਤ ਦੇ ਸੱਟ ਨਹੀਂ ਲੱਗਣੀ ਚਾਹੀਦੀ। ਜਿਹੜਾ ਉੱਥੇ ਆਣ ਕੇ ਪੈਰ ਰੱਖ ਗਿਆ ਉਹਦੀ ਜ਼ਿੰਮੇਵਾਰੀ ਕਹਿੰਦੇ ਮੇਰੀ ਆ। ਤੁਸੀਂ ਇਸ ਚੀਜ਼ ਨੂੰ ਹਮੇਸ਼ਾ ਲੈ ਕੇ ਚੱਲਣਾ ਕਿ ਜੇ ਕਿਸੇ ਦੇ ਵੀ ਸੱਟ ਵੱਜ ਗਈ ਤੇ ਮੈਂ ਤੁਹਾਨੂੰ ਜ਼ਿੰਮੇਵਾਰ ਸਮਝੂੰਗਾ। ਸੋ ਅਸੀਂ ਇਹ ਗੱਲਾਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਬੋਲੀਆਂ ਉਹਨਾਂ ਨੂੰ ਖਿਆਲ ਰੱਖਦੇ ਹਾਂ ਹਮੇਸ਼ਾ। ਅਸੀਂ ਚਾਹੁੰਦੇ ਹਾਂ ਲੋਕ ਇੱਥੇ ਆਉਣ, ਸ਼ਾਂਤੀਪੂਰਨ ਆਉਣ। ਅਸੀਂ ਹਮੇਸ਼ਾ ਇੱਕ ਹੀ ਅਪੀਲ ਕੀਤੀ ਆ ਕਿ ਸਿਰ ਜੋੜਨ ਦੀ ਗੱਲ ਆ, ਸਿਰ ਦੇਣ ਦੀ ਗੱਲ ਨਹੀਂ ਕਰਦੇ। ਅਸੀਂ ਸਿਰ ਜੁੜਨਗੇ, ਲੋਕ ਇਕੱਠੇ ਹੋਣਗੇ, ਲੋਕ ਇਕੱਠੇ ਹੋ ਕੇ ਜਦੋਂ ਇੱਥੇ ਦਿਸੂਗਾ ਲੋਕ ਇਕੱਠੇ ਨੇ ਤੇ ਪ੍ਰਸ਼ਾਸਨ ਵੀ ਆਪੇ ਚੁੱਪ ਹੋ ਜਾਊਗਾ, ਆਪੇ ਦੇਖਦਾ ਵੀ ਆ, ਸਰਕਾਰਾਂ ਵੀ ਝੁਕਣਗੀਆਂ। ਜੇ ਇਹ ਛੋਟੇ ਡਿਫਰੈਂਸ ਜਿਹੜੇ ਅੱਜ ਬਾਪੂ ਜੀ ਜਿਵੇਂ ਨਾਲ ਹੋਏ ਆ ਉਹ ਜ਼ਰੂਰ ਆ, ਥੋੜੀ ਟਾਈਮ ਤੱਕ ਤੁਸੀਂ ਦੇਖੋਗੇ ਕਿ ਬੈਠ ਕੇ ਜਦੋਂ ਗੱਲਬਾਤ ਹੋਈ ਸ਼ਾਇਦ ਬਾਪੂ ਜੀ ਫਿਰ ਉਹੀ ਬਿਆਨ ਤੁਹਾਡੇ ਸਾਹਮਣੇ ਦੇ। ਬਿਲਕੁਲ ਭਾਜੀ, ਆਖਰੀ ਸਵਾਲ ਹੈ ਕਿ ਹੁਣ ਇਹ ਆਪਸੀ ਕਮੇਟੀ ਦਾ ਤਾਲਮੇਲ ਹੁਣ ਕਿਵੇਂ ਬਣੇ? ਤਾਲਮੇਲ ਕਮੇਟੀ ਹੈ ਪਰ ਤਾਲਮੇਲ ਵਿੱਚੋਂ ਨਿਕਲ ਗਿਆ, ਹੁਣ ਤਾਲਮੇਲ ਕਿਵੇਂ ਬਣੇ? ਸਵਾਲ ਇਹ ਉੱਠਦਾ। ਹੁਣ ਬਾਪੂ ਜੀ ਨਾਲ ਅਸੀਂ ਅੰਦਰ ਗੱਲ ਕਰਨਗੇ। ਭਾਈ ਬਾਪੂ ਜੀ ਤੁਸੀਂ ਦੱਸੋ ਹਨਾ, ਕਿਉਂਕਿ ਸਵਾਲ ਸਾਡਾ ਇਹੀ ਹੋਣਾ ਸੀਗਾ, ਕਿਉਂਕਿ ਲਗਾਤਾਰ ਮੀਡੀਆ ਵੀ ਜਿਹੜਾ ਆ ਲਗਾਤਾਰ ਸਾਰੇ ਮੋਰਚੇ ਨੂੰ ਕਵਰ ਕਰ ਰਿਹਾ ਕਿ ਕਮੇਟੀ ਦੇ ਉੱਤੇ ਸੰਗਤ ਦੀਆਂ ਨਿਗਾਹਾਂ ਟਿਕੀਆਂ ਆ। ਮੋਰਚਾ ਸਫਲ ਹੋਣ ਦੇ ਲਈ ਕਮੇਟੀ ਦੇ ਵਿੱਚ ਜੇ ਤਾਲਮੇਲ ਨਹੀਂ ਰਿਹਾ ਤਾਂ ਤਾਲਮੇਲ ਕਿਵੇਂ ਬਣੇ? ਤਾਂ ਉਹਨਾਂ ਨੇ ਤਾਂ ਚਲੋ ਆਪਣਾ ਵਾਈਡ ਨਹੀਂ, ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਤਾਲਮੇਲ ਹੁਣ ਦੁਬਾਰਾ ਕਿਵੇਂ ਬਣੇ? ਤੁਸੀਂ ਬਾਪੂ ਜੀ ਨੂੰ ਆਪ ਮੀਟਿੰਗ ਕਰਨ ਜਾਓਗੇ ਜਾਂ ਮੀਟਿੰਗ ਲਈ ਕੋਈ ਪ੍ਰੋਗਰਾਮ ਮਤਲਬ ਕਿ ਟਾਈਮ ਕਰੋਗੇ? ਨਹੀਂ ਦੇਖੋ, ਜਿਹੜਾ ਤਾਲਮੇਲ ਆ ਉਹ ਹੈਗਾ, ਛੋਟੀਆਂ ਗੱਲਾਂ ਦਾ ਜ਼ਰੂਰ ਹੋ ਜਾਂਦਾ। ਕਦੀ ਬਹੁਤ ਵੱਡਾ ਪਰਿਵਾਰ ਹੋਵੇ ਤਾਂ ਉਹਦੇ 'ਚ ਵੀ ਆਪਸ 'ਚ ਹੋ ਜਾਂਦੀਆਂ ਛੋਟੀਆਂ ਗੱਲਾਂ। ਇਹਦਾ ਇਹ 'ਚ ਸਾਡਾ ਨਹੀਂ ਗਾ, ਅਸੀਂ ਨਹੀਂ ਜਾਵਾਂਗੇ, ਅਸੀਂ ਖੁਦ ਚੱਲ ਜਾਵਾਂਗੇ ਬਾਪੂ ਜੀ ਕੋਲੇ। ਥੋੜੀ ਦੇਰ 'ਚ ਅਸੀਂ ਬਾਕੀ ਮੈਂਬਰਸ ਵੀ ਆ ਰਹੇ ਨੇ, ਸਾਰੇ ਬੈਠ ਕੇ ਗੱਲਬਾਤ ਕਰਾਂਗੇ। ਸੋ ਇਹਦੇ 'ਚ ਇੱਦਾਂ ਨਹੀਂ ਕੋਈ ਵਿਗੜ ਗਿਆ ਸਾਡੇ 'ਚ ਤਾਲਮੇਲ ਜਾਂ ਖਤਮ ਹੋ ਗਿਆ। ਥੋੜੇ ਟਾਈਮ ਤੱਕ ਇਹ ਬਾਪੂ ਜੀ ਖੁਦ ਸ਼ਾਇਦ ਤੁਹਾਨੂੰ ਬਿਆਨ ਖੁਦ ਦੇ ਦੇਣਗੇ ਜੀ। ਤੇ ਰਸਤੇ ਸੰਬੰਧੀ ਹੁਣ ਜਿਹੜਾ ਫੈਸਲਾ ਆ ਮੋਰਚੇ ਦਾ, ਉਹ ਫਿਰ ਦੁਬਾਰਾ ਮੀਟਿੰਗ ਕਰਕੇ ਦੁਬਾਰਾ ਫਿਰ ਫੈਸਲਾ ਲਓਗੇ ਜਾਂ ਫਿਰ ਉਹੀ ਫੈਸਲਾ ਜਿਹੜਾ ਪ੍ਰਸ਼ਾਸਨ ਨਾਲ ਹੋ ਚੁੱਕਿਆ ਉਹੀ ਫੈਸਲਾ? ਜਿਹੜਾ ਫੈਸਲਾ ਜਿਹੜਾ ਹੋਇਆ ਸੀਗਾ ਉਹ ਪਹਿਲਾਂ ਤਾਲਮੇਲ ਕਮੇਟੀ 'ਚ ਹੀ ਹੋਇਆ ਸੀਗਾ, ਉਸ ਤੋਂ ਬਾਅਦ ਇਹ ਪ੍ਰਸ਼ਾਸਨ ਦਾ ਫੈਸਲਾ ਹੋਇਆ। ਸੋ ਫੈਸਲਾ ਇੱਕ ਵਾਰੀ ਹੋ ਚੁੱਕਿਆ, ਸਾਈਨ ਹੋ ਚੁੱਕੇ ਆ। ਅਸੀਂ ਬਾਰ-ਬਾਰ ਇਸ ਚੀਜ਼ ਨੂੰ ਕਲੈਸ਼ 'ਚ ਨਹੀਂ, ਅਸੀਂ ਕੱਲ ਦਾ ਕੇਸ ਵੀ ਦੇਖਣਾ ਹੈ, ਜਿਹੜਾ ਮੋਰਚੇ ਦਾ ਫਿਊਚਰ ਵੀ ਦੇਖਣਾ ਹੈ। ਇਸ ਚੀਜ਼ ਨੂੰ ਵੀ ਅਸੀਂ ਹਮੇਸ਼ਾ ਨਿਗਾਹ 'ਚ ਰੱਖਣਾ। ਕੱਲ ਨੂੰ ਜੇ ਹਾਈ ਕੋਰਟ ਇਸ ਕੋਈ ਸਖਤ ਆਰਡਰ ਕਰਦਾ ਇਸ ਮੋਰਚੇ ਦੇ ਖਿਲਾਫਤ ਤਾਂ ਅਸੀਂ ਉਹ ਵੀ ਗੌਰ ਕਰਕੇ ਰੱਖਣਾ। ਉਹਦੇ ਲਈ ਵੀ ਸਾਨੂੰ ਮੋਰਚੇ ਬਾਰੇ ਪ੍ਰਤੀ ਧਿਆਨ 'ਚ ਰੱਖਣਾ ਚਾਹੀਦਾ। ਹਰੇਕ ਚੀਜ਼ ਅਸੀਂ ਇਮੋਸ਼ਨ ਹੋ ਕੇ ਨਹੀਂ ਚੱਲ ਸਕਦੇ। ਸਾਡਾ ਸਭ ਤੋਂ ਪਹਿਲਾਂ ਜਿਹੜਾ ਕਹਿ ਦਈਏ ਕੰਮ ਹੀ ਸਾਡਾ ਇਹ ਹੈ ਕਿ ਅਸੀਂ ਇਮੋਸ਼ਨ ਤੋਂ ਉੱਤੇ ਉੱਠ ਕੇ ਜਿਹੜੇ ਰਿਐਲਿਟੀ ਆ ਉਹਨੂੰ ਦੇਖ ਕੇ ਚੱਲਣਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਾਡੇ ਨਾਲ ਐਡਵੋਕੇਟ ਗੁਰਸ਼ਰਨ ਸਿੰਘ ਢਾਲੀਵਾਲ ਜੀ ਮੌਜੂਦ ਸੀਗੇ। ਸੋ ਇੱਕ ਲਗਾਤਾਰ ਜਿਹੜਾ ਪੰਗਾ ਜਾਂ ਤਾਲਮੇਲ ਕਮੇਟੀ ਦੇ ਆਪਸ ਵਿੱਚ ਇੱਕ ਛੋਟਾ ਜਿਹਾ ਜਿਹੜਾ ਮਸਲਾ ਉੱਠਿਆ, ਹਾਲਾਂਕਿ ਕਮੇਟੀ ਦੇ ਮੈਂਬਰ ਵੱਲੋਂ ਜਿਹੜਾ ਹੈ ਕਿਹਾ ਗਿਆ ਹੈ, ਐਡਵੋਕੇਟ ਸਾਹਿਬ ਵੱਲੋਂ ਕਿਹਾ ਗਿਆ ਕਿ ਬੈਠ ਕੇ ਜਿਹੜਾ ਹੈ ਮਸਲਾ ਸੁਲਝਾ ਲਿਆ ਜਾਵੇਗਾ। ਜੋ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣੀ ਆ ਉਹ ਸਹਿਮਤੀ ਦੇ ਅਕੋਰਡਿੰਗ ਹੀ ਜਿਹੜਾ ਰਸਤਾ ਇੱਕ ਪਾਸੇ ਦਾ ਖੋਲ੍ਹ ਦਿੱਤਾ ਜਾਊਗਾ। ਜਿਹੜਾ ਪਰਲੇ ਪਾਸੇ ਦਾ ਰਸਤਾ ਜਿਸ ਰੋਡ ਦੇ ਉੱਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਉਹ ਰਸਤਾ ਜਿਹੜਾ ਬੰਦ ਰਹੂਗਾ ਅਤੇ ਉਹਦੇ ਨਾਲ ਵਾਲਾ ਰਸਤਾ ਜਿਹੜਾ ਆ ਉਹ ਖੋਲ੍ਹ ਦਿੱਤਾ ਜਾਊਗਾ। ਕੈਮਰਾਮੈਨ ਅਮਰਜੀਤ ਸਿੰਘ ਦੇ ਨਾਲ ਅਮਨਦੀਪ ਸਿੰਘ ਗੜੀ, ਸਮਰੱਥ ਆਵਾਜ਼।